So students, beta today in this lecture we will discuss about the rules for image formation in lenses and image formation beta in the concave as well as convex lens. ਸੋ ਬੇਟਾ ਆਪਾਂ ਅੱਜ ਇਸ ਲੈਕਚਰ ਦੇ ਵਿੱਚ ਰੂਲਸ ਔਰ ਇਮੇਜ ਫਾਰਮੇਸ਼ਨ ਦੇ ਜੋ ਰੇ ਡਾਇਗਰਾਮਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ. ਸੋ ਫਸਟਲੀ ਬੇਟੇ ਵੀ ਵਿਲ ਡਿਸਕਸ ਅਬਾਊਟ ਦ ਰੂਲਸ ਫॉर ਇਮੇਜ ਫਾਰਮੇਸ਼ਨ ਇਨ lenses using ray diagram. For geometrical construction of an image formed by a lens, any of two following rays of the lights are used. ਬੇਟਾ ਜੋ ਆਪਾਂ ਇਮੇਜ ਫਾਰਮੇਸ਼ਨ ਕਰਦੇ ਹਾਂ ਉਸ ਦੇ ਵਿੱਚ ਬੇਟਾ ਆਪਾਂ ਰੇਜ਼ ਨੂੰ ਯੂਜ਼ ਕਰਦੇ ਹਾਂ. ਇਹਨਾਂ ਰੇਜ਼ ਦੇ ਵਿੱਚੋਂ ਬੇਟੇ ਐਨੀ ਟੂ ਆਫ ਰੇਜ਼ ਨੇ ਜਿਹੜਾ ਬੇਟਾ ਆਪਾਂ ਵੀ ਵਿਲ ਯੂਜ਼ ਟੂ ਮੇਕ ਅ ਰੇ ਡਾਇਗਰਾਮ ਕੋਰਸਪੋਂਡਿੰਗ ਟੂ ਦ ਇਮੇਜ ਫਾਰਮੇਸ਼ਨ. ਕਲੀਅਰ? ਸੋ ਫਸਟ ਬੇਟਾ a ray of light parallel to the principal axis. बेटा कोई भी जो ray of light है parallel होवे principal axis दे passes or appears to pass through the focus of lens after passing through the lens. बेटा कोई भी रे जो पैरलर है प्रिंसीपल एक्सिस दे ਉਹ ਪਾਸ ਹੋਊਗੀ ਜਾਂ ਅਪੀਅਰ ਹੋਊਗੀ ਕਿਸ ਦੇ ਵਿੱਚੋਂ ਟੂ ਪਾਸ ਥਰੂ ਦਾ ਫੋਕਸ. ਬੇਟਾ ਉਹ ਫੋਕਸ ਦੇ ਵਿੱਚੋਂ ਜਾਂ ਤਾਂ ਪਾਸ ਹੋਊਗੀ ਜਾਂ ਬੇਟਾ ਅਪੀਅਰ ਹੁੰਦੀ ਹੋਊਗੀ ਆਫ ਅ ਲੈਂਸ ਆਫਟਰ ਪਾਸਿੰਗ ਥਰੂ ਦ ਲੈਂਸ. ਤਾਂ ਬੇਟਾ ਇਹ ਫਸਟ ਰੂਲ ਹੈ ਬੇਟੇ ਇਨ ਦਿਸ ਆਪਾਂ ਬੇਟਾ ਦੋਨੋਂ ਲੈਂਸਿਸ ਨੂੰ ਯੂਜ਼ ਕਰਕੇ ਦੋਨਾਂ ਦੀਆਂ ਆਪਾਂ ਇੱਕ ਟਾਈਮ 'ਤੇ ਦੋਨਾਂ ਦੀਆਂ ਜੋ ਰੂਲਸ ਨੇ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ, ਚਾਹੇ ਉਹ ਕਨਵੈਕਸ ਹੈ ਚਾਹੇ ਉਹ ਕਨਕੇਵ ਹੈ. ਬੇਟਾ ਰੂਲਸ ਨੇ ਜੋ ਉਹ ਦੋਨਾਂ ਲੈਂਸਿਸ ਲਈ ਸੇਮ ਨੇ. ਤਾਂ ਫਸਟ ਰੂਲ ਕੀ ਹੈ ਬੇਟਾ, ਅਗਰ ਐਨੀ ਰੇ ਆਫ ਲਾਈਟ ਵਿਚ ਇਜ਼ ਪੈਰਲਰ ਟੂ ਦ ਪ੍ਰਿੰਸੀਪਲ ਐਕਸਿਸ ਬੇਟੇ after passing through the lens beta meet at point f2 which is the focus of the lens. तो इतने की हो रही है बेटे पास हो रही है. Similarly in the case of concave lens beta this is your ray of light which is parallel to the principal axis. After passing through the lens beta it goes toward this direction. After this beta ਜਦੋਂ ਇਸ ਨੂੰ backward join ਕੀਤਾ it appears ਮੀਟ ਐਟ ਫੋਕਸ. ਤਾਂ ਬੇਟਾ ਇਹ ਕੀ ਹੋ ਰਹੀ ਹੈ, ਅਪੀਅਰ ਹੋ ਰਹੀ ਹੈ. ਜੋ ਕਨਵੈਕਸ ਸੀਗਾ ਉਸ ਦੇ ਵਿੱਚ ਬੇਟੇ ਫੋਕਸ ਦੇ ਵਿੱਚ ਓਰੀਜਨਲੀ ਪਾਸ ਕਰ ਰਹੀ ਸੀ, ਬਟ ਇਸ ਦੇ ਵਿੱਚ ਕੀ ਹੈ ਬੇਟੇ ਅਪੀਅਰ ਹੋ ਰਹੀ ਹੈ. ਜਦੋਂ ਅਸੀਂ ਇਸਨੂੰ ਬੈਕਵਰਡ ਜੁਆਇਨ ਕੀਤਾ ਤਾਂ ਸਾਨੂੰ ਅਪੀਅਰ ਹੋ ਰਹੀ ਹੈ ਕਿ ਦੈਟ ਰੇ ਆਫ ਲਾਈਟ ਬੇਟਾ ਮੀਟ ਐਟ ਪੁਆਇੰਟ ਫੋਕਸ. ਤਾਂ ਉਹ ਫੋਕਸ ਹੋ ਰਹੀ ਹੈ. ਤਾਂ ਇਹ ਕੀ ਹੈ ਬੇਟਾ ਫਸਟ ਰੂਲ ਹੈ ਕਿ ਜਦੋਂ ਕੋਈ ਵੀ ਰੇ ਆਫ ਲਾਈਟ ਪੈਰਲਰ ਹੋਊਗੀ ਤਾਂ ਆਲਵੇਜ਼ ਬੇਟਾ ਫੋਕਸ ਦੇ ਵਿੱਚੋਂ ਜਾਂ ਪਾਸ ਹੋਊਗੀ ਜਾਂ ਅਪੀਅਰ ਹੋਊਗੀ. ਕਲੀਅਰ? सो सेकेंड, अ रे ऑफ लाइट पासिंग थ्रू द प्रिंसीपल फोकस. अगर बेटा कोई भी रे ऑफ लाइट है पास कर रही है बेटा प्रिंसीपल फोकस ਦੇ ਵਿੱਚੋਂ ਤਾਂ ਉਹ ਕੀ ਹੋਊਗੀ ਰਾਜੇ ਪੈਰਲਰ ਟੂ ਦ ਪ੍ਰਿੰਸੀਪਲ ਐਕਸਿਸ ਆਫਟਰ ਪਾਸਿੰਗ ਥਰੂ ਦ ਲੈਂਸ. ਤਾਂ ਬੇਟੇ ਕੋਈ ਵੀ ਰੇ ਆਫ ਲਾਈਟ ਜੋ ਕੀ ਹੈ ਰਾਜੇ ਫੋਕਸ ਦੇ ਵਿੱਚੋਂ ਪਾਸ ਕਰੂਗੀ ਤਾਂ ਆਫਟਰ ਬੇਟਾ ਐਂਟਰਿੰਗ ਦ ਲੈਂਸ ਉਹ ਕੀ ਹੋਊਗੀ ਬੇਟੇ पैरलर हो जाएगी प्रिंसिपल एक्सिस से. शो इन दीज टू फिगर्स. देखो बेटा दिस इज एनी रे ऑफ लाइट विच इज पासिस थ्रू द प्रिंसिपल फोकस आफ्टर बेटा एंटरिंग द लेंस इट विल पैरलर टू द प्रिंसिपल एक्सिस. सेम बेटा इन दिस केस कनकेव लेंस दिस इज अ रे ऑफ लाइट बेटा विच अपीयर्स टू पास थ्रू द फोकस. देखो लग रही है कि आप फोकस के अपीयर हो रही है. आफ्टर एंटरिंग द लेंस बेटा it will parallel to the principal axis. So this is the second rule. So beta third rule, a ray of light passing through the optical center of the lens. अगर कोई भी रे ऑफ लाइट रजे ऑप्टिकल सेंटर ਦੇ ਵਿੱਚੋਂ ਪਾਸ ਕਰਦੀ ਹੈ ਤਾਂ ਕੀ ਹੋਗਾ ਆਫਟਰ ਐਂਟਰਿੰਗ ਦਾ ਬੇਟਾ ਲੈਂਸ इट ट्रैवल्स अनडेविएटेड आफ्टर पासिंग थ्रू द लेंस. बेटा अगर कोई भी रे ऑफ लाइट बेटे ऑप्टिकल सेंटर ਦੇ ਵਿੱਚੋਂ ਦੀ ਪਾਸ ਕਰਦੀ ਹੈ ਤਾਂ ਬੇਟੇ ਉਹ ਅਨਡੇਵੀਏਟ ਮੀਨਸ ਜਿਸ ਡਾਇਰੈਕਸ਼ਨ ਦੇ ਵਿੱਚ ਆ ਰਹੀ ਹੈ ਬੇਟਾ ਉਹੀ ਡਾਇਰੈਕਸ਼ਨ ਦੇ ਵਿੱਚ ਸਟ੍ਰੇਟ ਫਾਰਵਰਡ ਬੇਟਾ ਪਾਸ ਕਰ ਜੂਗੀ, ਉਹ ਡੇਵੀਏਟ ਨਹੀਂ ਹੋਊਗੀ. ਸਿਮਿਲਰਲੀ ਬੇਟਾ ਇਨ ਦ ਕੇਸ ਆਫ ਕਨਕੇਵ ਦਿਸ ਇਜ਼ ਐਨੀ ਰੇ ਆਫ ਲਾਈਟ ਵਿਚ ਇਜ਼ beta pass through the optical center it goes straight without any deviation. So beta these are the three rules or the three rays which we will use in the image formation. ਤਾਂ ਬੇਟਾ ਇਹਨਾਂ ਤਿੰਨਾਂ ਦੇ ਵਿੱਚੋਂ ਆਪਾਂ ਕੋਈ ਵੀ ਰੇ ਨੂੰ ਬੇਟਾ ਯੂਜ਼ ਕਰ ਸਕਦੇ ਹਾਂ ਅਕੋਰਡਿੰਗਲੀ ਇਸ ਰੂਲ ਦੇ. ਅਗਰ ਆਪਾਂ ਆਪਟੀਕਲ ਸੈਂਟਰ ਦੇ ਵਿੱਚੋਂ ਲਈ ਬੇਟਾ ਸਟ੍ਰੇਟ ਫਾਰਵਰਡ ਜਾਊਗੀ ਵਿਦਾਊਟ ਅਨਡੇਵੀਏਸ਼ਨ, ਵਿਦਾਊਟ ਡੇਵੀਏਸ਼ਨ. ਠੀਕ ਹੈ ਜੀ.
ਸੋ ਇਸ ਟਾਈਪ ਨਾਲ ਬੇਟਾ ਆਪਾਂ ਇਮੇਜ ਫਾਰਮੇਸ਼ਨ ਕਰਾਂਗੇ ਲੈਂਸਿਸ ਦੀ। ਸੋ ਨੈਕਸਟ ਇਜ਼ ਅ ਬੇਟਾ ਇਮੇਜ ਫਾਰਮੇਸ਼ਨ ਬਾय ਅ ਕਨਵੈਕਸ ਲੈਂਸ। So a convex lens beta forms real as well as virtual images of different size depending on the position of object on the principal axis। ਤਾਂ ਬੇਟਾ ਜੋ ਕਨਵੈਕਸ ਲੈਂਸ ਹੈ ਉਹ ਦੋਨੋਂ ਟਾਈਪਸ ਦੀਆਂ ਜੋ ਇਮੇਜ ਹੈ ਉਹ ਫਾਰਮ ਕਰਦਾ ਹੈ, ਰੀਅਲ ਔਰ ਐਜ਼ ਵੈਲ ਐਜ਼ ਵਰਚੁਅਲ। ਡਿਪੈਂਡ ਕਰਦਾ ਹੈ ਕਿ ਜੋ ਆਬਜੈਕਟ ਦੀ ਪੋਜੀਸ਼ਨ ਕੀ ਹੈ ਬੇਟਾ ਪ੍ਰਿੰਸੀਪਲ ਐਕਸਿਸ 'ਤੇ। ਨਾਓ ਬੇਟਾ ਵੀ ਵਿਲ ਡਿਸਕਸ ਡਿਫਰੈਂਟ ਪੋਜੀਸ਼ਨਸ of the object and corresponding image formed। So first case beta, when the object is placed between optical center and focus। ਤਾਂ ਬੇਟਾ ਇਸ ਫਸਟ ਕੇਸ ਕੀ ਹੈ, ਜਦੋਂ ਅਸੀਂ ਆਬਜੈਕਟ ਨੂੰ ਬੇਟੇ ਸੀ ਔਰ ਐਫ ਦੇ ਵਿੱਚ ਪਲੇਸ ਕੀਤਾ ਤਾਂ ਉਹਦੇ ਕੋਰਸਪੋਂਡਿੰਗ ਇਮੇਜ ਕਿੱਥੇ ਫਾਰਮ ਹੋਊਗੀ ਬੇਟਾ, ਆਪਾਂ ਅੱਗੇ ਦੇਖਦੇ ਹਾਂ। ਸੋ ਦਿਸ ਇਜ਼ योर ਕਨਵੈਕਸ ਲੈਂਸ ਬੇਟਾ। AB is the object which is placed between optical center C and this is your focus F। So between C and F beta object is placed। आप object ਨੂੰ place ਕੀਤਾ ਬੇਟਾ between C और F ਦੇ ਵਿੱਚ। clear ਬੇਟਾ ਜੋ O ਹੈ ਨਾ ਉਹ optical center ਹੈ ਜਿਸ ਨੂੰ ਆਪਾਂ C ਦੇ ਨਾਲ ਵੀ denote ਕਰਦੇ ਹਾਂ। ਤਾਂ C ਔਰ F ਦੇ ਵਿੱਚ ਬੇਟਾ ਜੋ ਸਾਡਾ object ਹੈ ਅਸੀਂ ਉਹ place ਕੀਤਾ। ਹੁਣ ਬੇਟਾ ਜਦੋਂ ਵੀ ਇਮੇਜ ਫਾਰਮੇਸ਼ਨ ਕਰਨੀ ਹੈ ਤਾਂ ਜੋ 3 ਰੂਲਸ ਕੀਤੇ ਨੇ ਉਹਨਾਂ 3 ਰੂਲਸ ਦੇ ਵਿੱਚ ਆਪਾਂ 3 ਰੇਜ਼ ਦੀ ਗੱਲ ਕੀਤੀ ਸੀ, ਉਹਨਾਂ ਤਿੰਨਾਂ ਦੇ ਵਿੱਚੋਂ ਬੇਟੇ ਐਨੀ 2 ਨੂੰ ਆਪਾਂ ਲੈ ਸਕਦੇ ਹਾਂ। ਤਾਂ ਆਪਾਂ ਕੀ ਕੀਤਾ ਬੇਟਾ, ਐਨੀ ਰੇ ਆਫ ਲਾਈਟ ਸਟਾਰਟਿੰਗ ਫਰੋਮ ਦ ਬੀ ਪੁਆਇੰਟ ਇੰਸੀਡੈਂਟ ਔਨ ਦ ਲੈਂਸ। ਇੰਸੀਡੈਂਟ ਲੈਂਸ 'ਤੇ ਕੀਤੀ ਬੇਟੇ। ਹੁਣ ਇਹ ਕੀ ਹੈ ਰਾਜੇ, ਪੈਰਲਰ ਹੈ ਟੂ ਦ ਪ੍ਰਿੰਸੀਪਲ ਐਕਸਿਸ। ਇਟ ਮੀਨਸ ਅਕੋਰਡਿੰਗ ਟੂ ਆਰ ਰੂਲਸ, if any ray which is parallel to the principal axis after entering the lens beta it will go or pass through the focus। ਤਾਂ ਦੇਖੋ ਬੇਟੇ ਸਾਡਾ ਫੋਕਸ ਸੀਗਾ ਤਾਂ ਕੋਈ ਵੀ ਰੇ ਆਫ ਲਾਈਟ ਆਈ ਰਾਜੇ ਆਫਟਰ ਐਂਟਰਿੰਗ ਦ ਲੈਂਸ ਬੇਟੇ ਜਦੋਂ ਉਹ ਪਾਸ ਕਰਕੇ ਬਾਹਰ ਆਈ ਤਾਂ ਫੋਕਸ ਦੇ ਵਿੱਚੋਂ ਪਾਸ ਹੋਈ। ਸਿਮਿਲਰਲੀ ਬੇਟਾ ਸੈਕਿੰਡ ਰੇ, if any ray of light which is passing through the optical center ਬੇਟਾ ਇਹ optical center ਹੈ ਤਾਂ ਅਕੋਰਡਿੰਗ ਟੂ ਥਰਡ ਰੂਲ ਜੋ ਸਾਡਾ ਆਪਟੀਕਲ ਸੈਂਟਰ ਵਾਲਾ ਸੀਗਾ ਤਾਂ ਆਪਟੀਕਲ ਸੈਂਟਰ ਦੇ ਵਿੱਚੋਂ ਬੇਟਾ ਵਿਦਾਊਟ ਐਨੀ ਡੇਵੀਏਸ਼ਨ ਉਹ ਪਾਸ ਕਰ ਜੂਗੀ ਤਾਂ ਪਾਸ ਹੋਗੀ ਬੇਟੇ ਨਾ। ਬੋਥ ਦਾ ਰੇਜ਼ ਬੇਟਾ ਜੋ ਨੇ ਉਹ ਕੀ ਨੇ, ਮੀਟ ਨਹੀਂ ਕਰ ਰਹੀਆਂ ਕਿਸੇ ਵੀ ਇੱਕ ਪੁਆਇੰਟ ਦੇ ਉੱਤੇ, ਠੀਕ ਹੈ ਜੀ, ਤਾਂ ਉਹ ਡਾਇਵਰਜ ਕਰ ਰਹੀਆਂ ਨੇ। ਇਟ ਮੀਨਸ ਇਟ ਕੈਨ ਨਾਟ ਮੀਟ ਐਟ ਅ ਪੁਆਇੰਟ ਟੂ ਫਾਰਮ ਰੀਅਲ ਇਮੇਜ। ਤਾਂ ਬੇਟਾ ਜਦੋਂ ਅਸੀਂ ਬੋਥ ਰੀਫਰੈਕਟਡ ਰੇਜ਼ ਨੂੰ ਬੈਕਵਰਡ ਜੁਆਇਨ ਕੀਤਾ, both rays meet at point this। after this beta we draw one perpendicular line which is the image of our object AB। ਤਾਂ ਦੋਨਾਂ ਨੂੰ ਜਦੋਂ ਬੈਕਵਰਡ ਜੁਆਇਨ ਕੀਤਾ ਬੇਟੇ ਇਹ ਇੱਕ ਪੁਆਇੰਟ ਦੇ ਉੱਤੇ ਮਿਲੀਆਂ, ਉੱਥੋਂ ਅਸੀਂ ਇੱਕ ਰੇ ਨੂੰ ਇੱਕ ਪਰਪੈਂਡੀਕੂਲਰ ਜੋ ਲਾਈਨ ਸੀ ਉਸ ਨੂੰ ਅਸੀਂ ਕੀ ਕੀਤਾ, ਡਰਾ ਕੀਤਾ ਬਾਈ ਯੂਜ਼ਿੰਗ ਦ ਡਾਟਡ ਡਾਟਸ। ਤਾਂ A ਡੈਸ਼ B ਡੈਸ਼ ਕੀ ਹੈ ਬੇਟੇ, ਸਾਡੀ ਇਮੇਜ ਹੈ। ਕਲੀਅਰ। ਹੁਣ ਬੇਟਾ ਇਨ ਐਵਰੀ ਇਮੇਜ ਫਾਰਮੇਸ਼ਨ ਨਾ ਯੂ ਹੈਵ ਟੂ ਰਾਈਟ 3 ਥਿੰਗਸ, location of the object, nature of the object and size of the image or a object। ਤਾਂ ਆਪਾਂ 3 ਚੀਜ਼ਾਂ ਲਿਖਣੀਆਂ ਨੇ ਬੇਟਾ ਕਿ ਸਾਡਾ ਆਬਜੈਕਟ ਕਿੱਥੇ ਸੀ, ਸਾਡੀ ਜੋ ਇਮੇਜ ਆ ਉਹ ਕਿੱਥੇ ਬਣੀ ਔਰ ਉਸ ਦੀ ਨੇਚਰ ਕੀ ਸੀ। ਕਲੀਅਰ। ਤਾਂ ਬੇਟਾ ਇਸ ਟਾਈਪ ਦੇ ਨਾਲ ਆਪਾਂ ਜੋ ਰੇ ਡਾਇਗਰਾਮਸ ਨੇ ਉਹਨਾਂ ਨੂੰ ਫਾਰਮ ਕਰਾਂਗੇ ਬਾਈ ਯੂਜ਼ਿੰਗ ਐਨੀ 2 ਆਫ ਦ ਰੇਜ਼ ਫਰੋਮ 3 ਰੂਲਸ। ਨਾ ਬੇਟਾ ਇਮੇਜ ਫਾਰਮੇਸ਼ਨ ਕਿਸ ਟਾਈਪ ਦੀ ਸਾਡੇ ਕੋਲ ਇਮੇਜ ਆਈ। ਫਸਟਲੀ ਬੇਟਾ ਅਗਰ ਦੇਖੀਏ ਇਸ ਦਾ ਸਾਈਜ਼, ਏ ਬੀ ਆਬਜੈਕਟ ਬੇਟਾ ਸਾਈਜ਼ ਦੇ ਵਿੱਚ ਸਮੋਲ ਹੈ ਬਟ ਇਮੇਜ ਏ ਡੈਸ਼ ਬੀ ਡੈਸ਼ ਇਜ਼ ਇਨਲਾਰਜਡ ਔਰ ਮੈਗਨੀਫਾਈਡ। ਇਟ ਮੀਨਸ ਵੈਨ ਐਨ ਆਬਜੈਕਟ ਪਲੇਸਡ ਬਿਟਵੀਨ ਸੀ ਐਂਡ ਐਫ ਦ ਇਮੇਜ ਫਾਰਮੇਸ਼ਨ ਜੋ ਹੋਊਗੀ ਬੇਟਾ ਉਹ ਕੀ ਹੋਊਗੀ, ਮੈਗਨੀਫਾਈਡ ਹੋਊਗੀ। ਤਾਂ ਬੇਟਾ ਇਹਦੀ ਇੱਕ ਆਪਾਂ ਕਰੈਕਟਰਿਸਟਿਕ ਲਿਖ ਲਈ। ਔਰ ਬੇਟਾ ਜੋ ਸਾਡੀ ਇਮੇਜ ਫੋਰਮ ਹੋਈ ਹੈ ਉਹ ਕੀ ਹੈ ਬੇਟੇ, ਬਿਹਾਈਂਡ ਦਾ ਆਬਜੈਕਟ ਹੈ। ਆਬਜੈਕਟ ਤੋਂ ਕੀ ਹੈ ਬੇਟਾ, ਬਿਹਾਈਂਡ ਹੈ। ਹੁਣ ਇਹ ਵਾਲੀ ਜੋ ਇਮੇਜ ਹੈ ਬੇਟੇ ਉਹ ਕੀ ਹੈ, ਵਰਚੁਅਲ ਔਰ ਇਰੈਕਟ ਹੈ। ਕਲੀਅਰ। ਤਾਂ ਇਮੇਜ ਇਹ 3 ਚੀਜ਼ਾਂ ਆਪਾਂ ਲਿਖਣੀਆਂ ਨੇ ਰਜੀ। ਤਾਂ ਬੇਟਾ ਆਪਾਂ ਇਸ ਟਾਈਪ ਦੇ ਨਾਲ ਇਸ ਨੂੰ ਥਰੈਟਿਕਲੀ ਲਿਖਿਆ ਕਿ ਇਟ ਵਿਲ ਪਾਸ ਥਰੂ ਦ ਫੋਕਸ ਆਫਟਰ ਰੀਫਰੈਕਸ਼ਨ ਥਰੂ ਦ ਲੈਂਸ ਐਂਡ ਗੋਜ਼ ਇਨ ਦ ਡਾਇਰੈਕਸ਼ਨ ਦਿਸ। Another ray of light AC
passing through the optical center of the lens goes straight in the direction cy. Two refracted rays beta dx and cy diverge away from one another. Therefore, they cannot meet at a point to form a real image. We produce refracted rays dx and dy backward by the dotted lines. They appear to meet at a point A dash on the left side. To get a complete image, draw perpendicular A dash B dash. Thus, A dash B dash is a complete image of the object AB. So, image formed is behind the object, virtual and erect, larger than the object. Next is the use of lens. But when the object is placed between C and F, it is used in a simple microscope or used as a magnifying glass. अगर बेटा ਆਪਾਂ ਇਸ ਲੋਕੇਸ਼ਨ ਤੇ ਕਿਸੇ ਵੀ ਆਬਜੈਕਟ ਨੂੰ ਆਪਾਂ ਰੱਖਦੇ ਹਾਂ ਤਾਂ ਬੇਟਾ ਜੋ ਇਹ ਲੈਂਸ ਹੈ ਉਹ ਐਕਟ ਕਰੂਗਾ ਐਜ਼ ਅ ਸਿੰਪਲ ਮਾਈਕਰੋਸਕੋਪ ਔਰ ਮੈਗਨੀਫਾਈਂਗ ਗਲਾਸ. ਨਾਓ ਬੇਟਾ ਆਈ ਵਿਲ ਸ਼ੋ ਟੂ ਪਿਕਚਰਸ from which you will get the idea ki how this convex lens act as a magnifying glass or simple microscope. Now see at these two pictures beta. देखो रजे comb है. This is our convex lens which is act as a magnified or magnifying glass. ਤਾਂ ਦੇਖੋ ਬੇਟੇ ਜਦੋਂ ਹੀ ਇਸ convex lens ਨੂੰ ਆਪਾਂ ਇੱਥੇ comb ਦੇ ਉੱਪਰ ਰੱਖਿਆ ਤਾਂ ਬੇਟਾ ਉਹਦਾ ਜੋ middle part ਹੈ ਉਹ magnified ਥੋੜਾ ਸਾਈਜ਼ ਦੇ ਵਿੱਚ ਵੱਡਾ ਹੋ ਕੇ ਸ਼ੋ ਹੋ ਰਿਹਾ ਹੈ. ਕਲੀਅਰ ਜੀ. ਸਿਮਿਲਰਲੀ ਬੇਟਾ a convex lens is used being as a magnifying glass to read the small print of a book. ਤਾਂ ਬੇਟਾ ਇੱਧਰ ਦੇਖੋ ਕਿੰਨਾ small letters ਨੇ, ਛੋਟੇ ਛੋਟੇ ਨੇ, ਤਾਂ ਇੱਥੇ ਦੇਖੋ ਬੇਟਾ ਜੋ ਗਲਾਸ ਹੈ ਉਹ ਇਹਨਾਂ ਲੈਟਰਸ ਨੂੰ ਥੋੜਾ ਵੱਡਾ ਕਰਕੇ ਸ਼ੋ ਕਰ ਰਿਹਾ. ਤਾਂ ਦਿਸ ਟਾਈਪ ਬੇਟੇ ਇਨ ਦਿਸ ਟਾਈਪ ਜੋ ਕਨਵੈਕਸ ਲੈਂਸ ਹੈ ਬੇਟਾ ਐਕਟ ਐਜ਼ ਕਰੂਗਾ ਸਿੰਪਲ ਮਾਈਕਰੋਸਕੋਪ ਔਰ ਮੈਗਨੀਫਾਈਂਗ ਗਲਾਸ ਦੀ ਤਰ੍ਹਾਂ. It means bete smaller the focal length of a convex lens, greater will be its magnifying power. ਤਾਂ ਬੇਟਾ ਇਹ ਬਹੁਤ ਇੰਪੋਰਟੈਂਟ ਕਨਕਲੂਜਨ ਹੈ ਇਨ ਦਿਸ ਕੇਸ. ਹੁਣ ਦੇਖੋ ਬੇਟੇ ਸਾਡੀ ਫੋਕਲ ਲੈਂਥ ਸੀਗਾ, ਠੀਕ ਹੈ. ਇਟ ਮੀਨਸ ਕੀ ਹੋਇਆ ਬੇਟੇ ਕਿ ਅਗਰ ਕੋਈ ਵੀ ਆਬਜੈਕਟ ਨੂੰ ਆਪਾਂ ਪਲੇਸ ਕਰਦੇ ਹਾਂ ਉਸਦੀ ਫੋਕਲ ਲੈਂਥ ਤੋਂ ਲੈਸ ਡਿਸਟੈਂਸ 'ਤੇ, ਤਾਂ ਆਲਵੇਜ਼ ਬੇਟਾ ਉਹ ਮੈਗਨੀਫਾਈਡ ਇਮੇਜ ਨੂੰ ਪ੍ਰੋਡਿਊਸ ਕਰੂਗਾ. ਸਪੋਜ਼ ਕਰ ਲਓ ਬੇਟਾ ਇਸ ਕਨਵੈਕਸ ਲੈਂਸ ਦੀ ਜੋ ਫੋਕਲ ਲੈਂਥ ਸੀ ਉਹ 5 ਸੈਂਟੀਮੀਟਰ ਸੀ, ਤਾਂ ਇਟ ਮੀਨਸ when we will place the object less than 5 centimeter ਤਾਂ always ਬੇਟਾ ਜੋ ਇਹ ਲੈਂਸ ਹੈ ਉਹ ਕੀ ਕਰੂਗਾ ਇੱਕ enlarged or magnified image ਨੂੰ produce ਕਰੂਗਾ. clear? Now second case, when the object is placed at the focus of a convex lens, say at f1. ਬੇਟੇ ਹੁਣ next case ਕੀ ਹੈ, ਪਹਿਲਾਂ ਕੀ ਸੀਗਾ ਸਾਡਾ ਜੋ ਆਬਜੈਕਟ ਸੀ ਬੇਟਾ ਉਹ ਫੋਕਸ ਤੋਂ ਪਹਿਲਾਂ ਆਪਾਂ ਪਲੇਸ ਕੀਤਾ ਸੀ. ਹੁਣ ਸੈਕਿੰਡ ਕੇਸ ਕੀ ਹੈ, ਵੈਨ ਦਾ ਆਬਜੈਕਟ ਇਜ਼ ਪਲੇਸਡ ਐਟ ਫੋਕਸ, ਤਾਂ ਫੋਕਸ 'ਤੇ ਹੋਊਗਾ ਜਦੋਂ ਤਾਂ ਬੇਟੇ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਆਬਜੈਕਟ ਅਗਰ ਫੋਕਸ 'ਤੇ ਆਪਾਂ ਪਲੇਸ ਕਰਦੇ ਹਾਂ, ਕੋਈ ਵੀ ਰੇ ਆਫ ਲਾਈਟ ਬੇਟੇ ਪੈਰਲਰ ਆਈ ਤਾਂ ਫੋਕਸ ਦੇ ਵਿੱਚੋਂ ਕੀ ਕਰਦੀ ਹੈ ਬੇਟਾ ਪਾਸ ਕਰ ਜਾਂਦੀ ਹੈ. ਸੈਕਿੰਡ ਰੇ ਲਈ ਬੇਟਾ ਆਪਟੀਕਲ ਸੈਂਟਰ ਦੇ ਵਿੱਚੋਂ ਤਾਂ ਉਹ ਪਾਸ ਕਰ ਗਈ. ਨਾ ਬੇਟੇ ਬੋਥ ਜੋ ਰੇਜ਼ ਨੇ ਇੱਥੇ ਕੀ ਕਰ ਰਹੀਆਂ ਨੇ, ਮੀਟ ਨਹੀਂ ਕਰ ਰਹੀਆਂ, ਬਟ ਬੋਥ ਰੇਜ਼ ਮੀਟ ਐਟ ਆ ਇਨਫਾਨਾਈਟ. ਇਹ ਕੀ ਕਰਨਗੀਆਂ ਬੇਟੇ ਇਨਫਾਨਾਈਟ 'ਤੇ ਜਾ ਕੇ ਮੀਟ ਕਰਨਗੀਆਂ. ਕਲੀਅਰ? ਤਾਂ ਹੁਣ ਜੋ ਇਮੇਜ ਫਾਰਮੇਸ਼ਨ ਹੋਊਗੀ ਬੇਟਾ ਉਹ ਕੀ ਹੋਊਗੀ, ਫਸਟਲੀ ਤਾਂ ਬੇਟਾ ਇਮੇਜ ਫਾਰਮਡ ਐਟ ਇਨਫਾਨਾਈਟ ਹੋਊਗੀ, ਰੀਅਲ ਔਰ ਇਨਵਰਟਡ ਹੋਊਗੀ. ਦੇਖੋ ਬੇਟੇ ਹੁਣ ਇਸ ਪ੍ਰਿੰਸੀਪਲ ਐਕਸਿਸ ਤੋਂ ਡਾਊਨ ਸਾਈਡ ਆ ਗਈ, ਇਟ ਮੀਨਸ ਉਹ ਕੀ ਹੈ ਬੇਟਾ ਰੀਅਲ ਐਂਡ ਇਨਵਰਟਡ ਹੈ. ਔਰ ਕੀ ਹੋਗੀ ਬੇਟੇ ਹਾਈਲੀ ਇਨਲਾਰਜਡ ਹੋਊਗੀ, ਪਹਿਲੇ ਵਾਲੇ ਕੇਸ ਦੇ ਨਾਲੋਂ ਵੀ ਕੀ ਹੋਊਗੀ ਰਾਜੇ ਜ਼ਿਆਦਾ ਵੱਡੀ ਹੋਊਗੀ ਸਾਈਜ਼ ਦੇ ਵਿੱਚ. ਤਾਂ ਇਹ ਕੀ ਨੇ ਬੇਟਾ ਇਸ ਇਮੇਜ ਫਾਰਮ ਦੀਆਂ ਕਰੈਕਟਰਿਸਟਿਕਸ ਨੇ. ਤਾਂ ਬੇਟਾ 3 ਚੀਜ਼ਾਂ ਤੁਸੀਂ ਲਿਖਣੀਆਂ ਮਸਟ ਨੇ, ਠੀਕ ਹੈ ਜੀ. ਤਾਂ ਬੇਟਾ ਇਸ ਨੂੰ ਆਪਣੀ ਵਰਡਿੰਗਸ ਦੇ ਵਿੱਚ ਲਿਖ ਲਓ ਕਿ ਇਫ ਐਨ ਆਬਜੈਕਟ ਇਜ਼ ਪਲੇਸਡ ਐਟ ਅ ਫੋਕਸ ਐਂਡ ਏ ਬੀਜ਼ ਆਰ ਆਬਜੈਕਟ. ਫਿਰ ਬੇਟਾ ਸਿਮਿਲਰਲੀ ਰੇਜ਼ ਨੂੰ ਲੈ ਲਓ, ਆਫਟਰ ਐਂਟਰਿੰਗ ਇਟ ਗੋਜ਼ ਦਿਸ ਡਾਇਰੈਕਸ਼ਨ, optical center वाली beta goes undeviated and both rays meet at infinite. So image formed in this case is at infinite, real and inverted and highly enlarged. Use of lens bete used in search lights. ਬੇਟੇ ਜਿਹੜੀਆਂ ਸਰਚ ਲਾਈਟਸ ਹੁੰਦੀਆਂ ਨੇ ਉਸ ਦੇ ਵਿੱਚ ਆਪਾਂ ਆਬਜੈਕਟ ਨੂੰ ਫੋਕਸ ਦੇ ਉੱਤੇ ਪਲੇਸ ਕਰਕੇ ਕੀ ਕਰਦੇ ਹਾਂ ਉਸ ਦੀ ਹਾਈਲੀ ਐਨਲਾਰਜਡ, ਕਿਉਂਕਿ ਸਰਚਿੰਗ ਲਾਈਟ ਹੈ ਬੇਟਾ ਸਾਨੂੰ ਓਬਵੀਅਸ ਹੈ ਉਸਦੀ ਇਮੇਜ ਕੀ ਚਾਹੀਦੀ ਹੈ ਜ਼ਿਆਦਾ ਬਿਗ ਚਾਹੀਦੀ ਹੈ, ਜ਼ਿਆਦਾ ਵੱਡੀ ਚਾਹੀਦੀ ਹੈ. ਇਸ ਕਰਕੇ ਬੇਟੇ ਆਲਵੇਜ਼ we placed at the object on the focus so that the beta highly enlarged image will be formed.
ठीक है जी। ਹੁਣ ਸਪੋਜ਼ ਕਰ ਲਓ ਬੇਟਾ ਇਸ ਲੈਂਸ ਦੀ ਜੋ ਫੋਕਲ ਲੈਂਥ ਹੈ ਉਹ 5 ਸੈਂਟੀਮੀਟਰ, ਤਾਂ ਇਟ ਮੀਨਸ ਬੇਟੇ ਆਪਾਂ 5 ਸੈਂਟੀਮੀਟਰ ਤੇ ਆਬਜੈਕਟ ਨੂੰ ਪਲੇਸ ਕਰਾਂਗੇ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਹਾਈਲੀ ਐਨਲਾਰਜਡ ਜੋ ਇਮੇਜ ਹੈ ਉਹ ਕ੍ਰੀਏਟ ਹੋਵੇ। ਨਾਓ ਥਰਡ ਕੇਸ ਬੇਟਾ ਵੈਨ ਦ ਆਬਜੈਕਟ ਇਜ਼ ਬਿਟਵੀਨ F1 ਐਂਡ F2। ਕਲੀਅਰ। ਤਾਂ ਇੱਥੇ ਕੀ ਹੈ ਬੇਟਾ, ਜਦੋਂ ਆਪਾਂ ਆਬਜੈਕਟ ਨੂੰ ਕਿੱਥੇ ਪਲੇਸ ਕੀਤਾ ਰਾਜੇ, F1 ਔਰ F2 ਦੇ ਵਿੱਚ। ਬੇਟਾ ਇੱਥੇ ਜੋ F1 ਔਰ F2 ਦਾ ਮਤਲਬ ਕੀ ਹੈ ਕਿ ਅਗਰ ਇਸ ਕਨਵੈਕਸ ਲੈਂਸ ਦੀ ਰਾਜੇ ਫੋਕਲ ਲੈਂਥ 5 ਸੈਂਟੀਮੀਟਰ ਹੈ ਤਾਂ 2F ਕੀ ਹੋ ਗਿਆ ਬੇਟਾ, 5 × 2 10। ਇਟ ਮੀਨਸ ਵੀ ਵਿਲ ਪਲੇਸ ਆਰ ਆਬਜੈਕਟ ਬਿਟਵੀਨ 5 to 10 ਸੈਂਟੀਮੀਟਰ। ਤਾਂ ਆਪਾਂ ਕੀ ਕਰਾਂਗੇ ਰਾਜੇ, 5 ਔਰ 10 ਸੈਂਟੀਮੀਟਰ ਦੇ ਵਿੱਚ ਆਪਣੇ ਆਬਜੈਕਟ ਨੂੰ ਪਲੇਸ ਕਰਾਂਗੇ। ਅਗੇਨ ਬੇਟਾ we will take one ray of light which is parallel to the principal axis. After beta entering the lens it will pass through the focus. ਇੱਥੇ ਕੀ ਰਾਜੇ ਸਾਡਾ focus ਹੈ। Similarly ਰਾਜੇ second ray of light which is pass through the optical center it goes undeviated. ਤਾਂ ਬੇਟੇ both ਜੋ refracted rays ਸੀਗੀਆਂ meet at point this and we draw one perpendicular to get the ਫੁੱਲ ਇਮੇਜ A ਡੈਸ਼ ਐਂਡ B ਡੈਸ਼। ਤਾਂ ਬੇਟਾ ਇੱਕ ਚੀਜ਼ ਇੱਥੇ ਮਾਈਂਡ ਦੇ ਵਿੱਚ ਰੱਖਣੀ ਹੈ, ਜਿਹੜਾ ਇਹ ਐਰੋ ਹੈ ਬੇਟੇ ਇਹ ਸ਼ੋ ਕਰ ਰਿਹਾ ਹੈ ਇਮੇਜ ਸਾਡੀ ਅਪ ਸਾਈਡ ਹੈ। ਹੁਣ ਇਹ ਡਾਊਨਵਰਡ ਕੀ ਹੈ ਬੇਟਾ, ਇਹ ਨੀਚੇ ਵੱਲ ਨੂੰ ਹੈ, ਇਨਵਰਟਡ ਇਮੇਜ ਆ ਗਈ ਸਾਡੀ। ਤਾਂ ਇਹ ਇਮੇਜ ਕੀ ਹੈ ਬੇਟੇ, ਰੀਅਲ ਔਰ ਇਨਵਰਟਡ ਇਮੇਜ ਹੈ। ਇਹਦਾ ਡਾਊਨ ਸਾਈਡ ਨੂੰ ਬੇਟਾ ਜੋ ਐਰੋ ਸ਼ੋ ਕਰ ਰਿਹਾ ਤਾਂ ਇਹਦਾ ਮਤਲਬ ਕੀ ਹੈ, ਜੋ ਸਾਡੀ ਇਮੇਜ ਹੈ ਬੇਟੇ ਉਹ ਇਨਵਰਟਡ ਹੈ। ਕਲੀਅਰ। ਤਾਂ ਹੁਣ ਅਸੀਂ ਦੇਖਿਆ ਬੇਟਾ ਕਿ ਜੋ ਸਾਡੀ ਇਮੇਜ ਫਾਰਮ ਹੋਈ ਜਦੋਂ ਅਸੀਂ ਆਬਜੈਕਟ ਨੂੰ ਪਲੇਸ ਕੀਤਾ F1 ਔਰ 2F1 ਦੇ ਵਿੱਚ, F1 ਔਰ F2 ਵੀ ਬੋਲ ਸਕਦੇ ਹੋ, ਤਾਂ ਉਹਦੇ ਕੋਰਸਪੋਂਡਿੰਗ ਸਾਡੀ ਇਮੇਜ ਕਿੱਥੇ ਬਣੀ ਬੇਟਾ, 2F2 ਤੋਂ ਵੀ ਬਿਯੋਂਡ ਬਣੀ, ਉਸ ਤੋਂ ਵੀ ਅੱਗੇ ਬਣੀ। ਇਟ ਮੀਨਸ ਕਿ ਜੋ 5 to 10 ਸੈਂਟੀਮੀਟਰ ਆਪਾਂ ਆਬਜੈਕਟ ਨੂੰ ਰੱਖਿਆ ਤਾਂ ਉਹਦੇ ਕੋਰਸਪੋਂਡਿੰਗ ਜੋ ਇਮੇਜ ਸੀ ਬੇਟਾ ਉਹ 10 ਸੈਂਟੀਮੀਟਰ ਤੋਂ ਵੀ ਅੱਗੇ ਸਾਡੀ ਫਾਰਮ ਹੋਈ। ਕਲੀਅਰ। ਹੁਣ ਇਸ ਦੀਆਂ ਬੇਟਾ ਕਰੈਕਟਰਿਸਟਿਕਸ ਕੀ ਨੇ ਕਿ ਬਿਯੋਂਡ 2F2 ਬਣੀ, ਮਤਲਬ ਟਵਾਈਸ ਆਫ ਦ ਫੋਕਲ ਤੋਂ ਬਿਯੋਂਡ ਬਣੂਗੀ ਰਾਜੇ, ਰੀਅਲ ਐਂਡ ਇਨਵਰਟਡ ਹੋਊਗੀ ਔਰ ਲਾਰਜਰ ਦੈਨ ਦ ਆਬਜੈਕਟ ਹੋਊਗੀ। ਤਾਂ ਦੇਖੋ ਬੇਟਾ ਜੋ AB ਹੈ ਸਾਈਜ਼ ਦੇ ਵਿੱਚ ਆਪਾਂ ਛੋਟਾ ਸ਼ੋ ਕਰ ਰਹੇ ਹਾਂ ਬੇਟੇ, A ਡੈਸ਼ B ਡੈਸ਼ ਕੀ ਹੈ ਬੇਟਾ ਸਾਈਜ਼ ਦੇ ਵਿੱਚ ਲਾਰਜ ਹੈ। ਤਾਂ ਇਟ ਮੀਨਸ ਜੋ ਆਬਜੈਕਟ ਦੀ ਇਮੇਜ ਹੈ ਬੇਟੇ ਉਹ ਲਾਰਜ ਹੋਊਗੀ ਦੈਨ ਦ ਆਬਜੈਕਟ। ਸੋ ਨੈਕਸਟ ਇਜ਼ ਅ ਬੇਟਾ ਯੂਜ਼ ਆਫ ਦ ਲੈਂਸ ਇਨ ਸਿਨੇਮਾ ਪ੍ਰੋਜੈਕਟਰਸ। ਬੇਟੇ ਇੱਥੇ ਕੀ ਹੈ, ਜਦੋਂ ਆਪਾਂ ਕੋਈ ਵੀ ਆਬਜੈਕਟ ਨੂੰ ਪਲੇਸ ਕਰਦੇ ਹਾਂ ਬਿਟਵੀਨ F ਔਰ 2F ਦੇ ਵਿੱਚ ਤਾਂ ਕੀ ਹੈ, ਅਸੀਂ ਇਸ ਨੂੰ ਐਜ਼ ਅ ਸਿਨੇਮਾ ਪ੍ਰੋਜੈਕਟਰ ਦੇ ਵਿੱਚ ਯੂਜ਼ ਕਰਦੇ ਹਾਂ ਬੇਟੇ। ਨਾਓ ਫੋਰਥ ਕੇਸ ਬੇਟਾ when the object is at 2F1 it means twice of the focal length. When we will place our object at twice of the focal length, suppose ਕਰ ਲਿਆ ਸੀ ਆਪਾਂ ਕਿ 5 ਸੈਂਟੀਮੀਟਰ ਹੈ, it means twice of the focal length beta 2 × 5 10 centimeter. When we will place our object at 10 centimeter ਤਾਂ ਬੇਟਾ ਕੀ ਹੋਗੀ ਇਮੇਜ ਫਾਰਮੇਸ਼ਨ ਦੀ, ਆਪਾਂ ਅਗੇਨ ਬੇਟਾ one ray ਬੇਟਾ which is parallel to the principal axis. After entering the lens it will go through the focus and goes through in this direction. Similarly beta one ray which is passes through the optical center beta it goes undeviated. Both the refracted rays beta meet at one point, say B dash. Clear. After that beta we draw one perpendicular line to get the full image A dash and B dash. तो ये की बेटा साडी इमेज बन गई। ਹੁਣ ਜਦੋਂ ਅਸੀਂ ਦੇਖਿਆ ਬੇਟਾ ਇਸ ਕੇਸ ਦੇ ਵਿੱਚ ਕਿ ਜੋ ਸਾਡੀ ਇਮੇਜ ਫਾਰਮ ਹੋਈ ਸੀ ਬੇਟਾ ਉਹ ਕੀ ਹੋਇਆ, ਆਪਾਂ ਇੱਧਰ ਟਵਾਈਸ ਆਫ ਦਾ ਫੋਕਲ ਲੈਂਥ ਤੇ ਬੇਟਾ ਆਬਜੈਕਟ ਪਲੇਸ ਕੀਤਾ ਤਾਂ ਜੋ ਇਮੇਜ ਫਾਰਮੇਸ਼ਨ ਹੋਈ ਬੇਟਾ ਔਨ ਦਾ ਅਦਰ ਸਾਈਡ ਆਫ ਦਾ ਲੈਂਸ ਉਹ ਵੀ ਕੀ ਹੋਈ ਬੇਟਾ ਟਵਾਈਸ ਆਫ ਅ ਫੋਕਲ ਲੈਂਥ ਤੇ। ਇਟ ਮੀਨਸ 10 ਸੈਂਟੀਮੀਟਰ ਦੀ ਰੱਖਿਆ ਸੀ ਬੇਟਾ 10 ਸੈਂਟੀਮੀਟਰ ਔਨ ਦਾ ਅਦਰ ਸਾਈਡ ਆਫ ਦਾ ਲੈਂਸ 10 ਸੈਂਟੀਮੀਟਰ ਦੇ ਉੱਤੇ ਇਮੇਜ ਫਾਰਮ ਹੋਈ। ਅਨਦਰ ਥਿੰਗ ਜਦੋਂ ਬੇਟਾ ਅਸੀਂ ਸਾਈਜ਼ ਦੀ ਗੱਲ ਕੀਤੀ ਤਾਂ ਬੋਥ ਦ ਸਾਈਜ਼ ਆਫ ਆਬਜੈਕਟ ਐਜ਼ ਵੈਲ ਐਜ਼ ਇਮੇਜ ਵਿਲ ਬੀ ਸੇਮ, ਤਾਂ ਦੋਨਾਂ ਦਾ ਬੇਟਾ ਜੋ ਸਾਈਜ਼ ਸੀਗਾ ਸੇਮ ਸੀਗਾ। ਇਟ ਮੀਨਸ ਵੈਨ ਵੀ ਵਿਲ ਵਾਂਟ ਟੂ ਪ੍ਰੋਡਿਊਸ ਅ ਇਮੇਜ ਆਫ same size of the object at that time beta we will place our object twice of the focal length. So beta image formed is at a distance 2F on the other side of the lens. Second beta real and inverted. Third of the same size as the object.
यूज़ ऑफ लेंस बेटा यूज इन टैरेस्ट्रीਅल ਟੈਲੀਸਕੋਪਸ बेटा ਜਿਹੜੇ ਟੈरेस्ट्रीਅल ਟੈਲੀਸਕੋਪਸ ਨੇ ਉਹਨਾਂ ਦੇ ਵਿੱਚ ਬੇਟੇ ਆਪਾਂ ਯੂਜ਼ ਕਰਦੇ ਹਾਂ ਬਿਕਾਜ਼ ਸਾਨੂੰ ਉਸ ਦੇ ਵਿੱਚ ਕੀ ਚਾਹੀਦਾ ਹੁੰਦਾ ਕਿ ਜੋ ਐਕਚੁਅਲ ਦੇ ਵਿੱਚ ਸਾਡੇ ਆਬਜੈਕਟ ਦਾ ਸਾਈਜ਼ ਹੈ ਸਾਨੂੰ ਉਹੀ ਦਿਖੇ ਇਸ ਕਰਕੇ ਬੇਟੇ ਅਸੀਂ ਕੀ ਕਰਦੇ ਹਾਂ ਆਬਜੈਕਟ ਨੂੰ ਪਲੇਸ ਕਰਦੇ ਹਾਂ ਐਟ 2f ਟਵਾਈਸ ਆਫ ਦ ਫੋਕਲ ਲੈਂਥ। ਨਾਓ ਨੈਕਸਟ ਕੇਸ ਬੇਟਾ ਵੈਨ ਦ ਆਬਜੈਕਟ ਇਜ਼ ਬਿਯੋਂਡ 2f1 ਹੁਣ ਆਪਾਂ ਪਹਿਲਾਂ ਕੀ ਕੀਤਾ ਬੇਟਾ f1 ਤੋਂ ਪਹਿਲਾਂ ਰੱਖਿਆ ਫਿਰ f1 ਤੇ ਆ ਗਏ ਫਿਰ 2f ਔਰ f1 ਦੇ ਵਿੱਚ ਰੱਖਿਆ ਫਿਰ 2f ਤੇ ਰੱਖਿਆ ਹੁਣ 2f ਤੋਂ ਬਿਯੋਂਡ ਦੀ ਗੱਲ ਕਰਾਂਗੇ 2f ਤੋਂ ਬਿਯੋਂਡ ਰੱਖਿਆ ਬੇਟੇ ਅਗੇਨ ਅਸੀਂ ਕੀ ਕੀਤਾ ਬੇਟੇ ਦੋ ਰੇਜ਼ ਲਈਆਂ ਸੇਮ ਪ੍ਰੋਸੈਸਰ ਹੈ ਜੀ। ਤਾਂ ਜਦੋਂ ਅਸੀਂ ਦੇਖਿਆ ਬੇਟਾ ਜੋ ਇਮੇਜ ਫਾਰਮ ਹੋਈ ਸਾਡੀ ਉਹ ਕੀ ਹੋਈ ਬੇਟਾ ਬਿਫੋਰ ਦ 2f ਹੋਈ ਇੱਥੇ ਬੇਟਾ ਬਿਯੋਂਡ ਦਾ 2f ਰੱਖਿਆ ਸੀ ਔਰ ਇੱਥੇ ਬੇਟਾ ਜੋ ਇਮੇਜ ਫਾਰਮੇਸ਼ਨ ਹੋਈ ਬਿਫੋਰ ਦਾ 2f ਹੋਈ। ਸੋ ਬੇਟਾ ਇਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਬਿਯੋਂਡ ਦਾ ਟਵਾਈਸ ਆਫ ਫੋਕਲ ਲੈਂਥ ਰੱਖਦੇ ਹੋ ਬੇਟਾ ਜੋ ਇਮੇਜ ਬਣ ਰਹੀ ਹੈ ਉਹ ਬਿਟਵੀਨ ਬਣੂਗੀ ਬੇਟੇ f ਐਂਡ 2f ਦੇ ਔਨ ਦ ਅਦਰ ਸਾਈਡ ਆਫ ਦ ਲੈਂਸ real and inverted smaller in size than the object. It means diminished image will be formed in this case when the object is placed beyond the 2f1. Use of the lens beta used in cameras. ਤਾਂ cameras ਦੇ ਵਿੱਚ ਜੋ ਸਾਡੀ ਬੇਟੇ setup ਹੁੰਦਾ ਉਹ ਇਸ type ਦਾ ਹੁੰਦਾ ਹੈ। Now last case when the object is at infinity. ਜਦੋਂ ਬੇਟਾ ਇਨਫਾਈਨਿਟ ਤੇ ਹੈ ਤਾਂ ਆਪਾਂ ਪੈਰਲਲ ਰੇਜ਼ ਆਲਵੇਜ਼ ਅਸਿਊਮ ਕਰਦੇ ਬੇਟੇ ਜਦੋਂ ਕੋਈ ਵੀ ਆਬਜੈਕਟ ਆਪਣੇ ਕੋਲ ਇਨਫਾਈਨਾਈਟ ਤੇ ਹੋਵੇ ਰਜੇ ਤਾਂ ਆਪਾਂ ਕੀ ਕਰਦੇ ਹਾਂ ਆਲਵੇਜ਼ ਪੈਰਲਲ ਰੇਜ਼ ਨੂੰ ਕੰਸੀਡਰ ਕਰਦੇ ਹਾਂ। ਤਾਂ ਜਿਹੜੀਆਂ ਪੈਰਲਲ ਰੇਜ਼ ਨੇ ਬੇਟਾ ਆਫਟਰ ਐਂਟਰਿੰਗ ਦ ਲੈਂਸ ਉਹ ਕਿੱਥੇ ਮੀਟ ਕਰਦੀਆਂ ਨੇ ਬੇਟੇ ਫੋਕਸ ਤੇ ਕਲੀਅਰ। ਤਾਂ ਉਹ ਫੋਕਸ ਤੇ ਬੇਟਾ ਜੋ ਇਮੇਜ ਆ ਬਣੂਗੀ ਹੁਣ ਜੋ ਇਮੇਜ ਹੈ ਬੇਟਾ ਉਹ ਫੋਕਸ ਤੇ ਬਣੀ ਰੀਅਲ ਐਂਡ ਇਨਵਰਟਡ ਬਣੂਗੀ ਮੱਚ ਸਮਾਲਰ ਦੈਨ ਦਾ ਆਬਜੈਕਟ ਬੇਟਾ ਜੋ ਇਮੇਜ ਹੈ ਨਾ ਪੁਆਇੰਟ ਸਾਈਜ਼ਡ ਹੋਊਗੀ ਇਸ ਕਰਕੇ ਬੇਟੇ ਆਪਾਂ ਇਸ ਨੂੰ ਸ਼ੋ ਨਹੀਂ ਕੀਤਾ ਹੈਗਾ ਮੱਚ ਸਮਾਲਰ ਦੈਨ ਦਾ ਆਬਜੈਕਟ ਹੋਊਗੀ। यूज़ ऑफ लेंस बेटे यूज्ड इन एस्ट्रोनॉमिकल टैलीस्कोप्स बेटे इसका जोड़ा यूज़ है आप एस्ट्रोनॉमिकल टैलीस्कोप्स के विच करते हैं। नाउ नेक्स्ट इज बेटे यूजेज ऑफ कन्वेक्स लेंसिज यूजेज की ने बेटे कन्वेक्स लेंसिज दे इट इज़ यूज इन स्पैक्टेकल्स टू करैक्ट द डिफेक्ट ऑफ विजन कॉल्ड हाइपरमेट्रोपिया बेटा हाइपरमेट्रोपिया की है एक डिफेक्ट है साडे आई का उसनू सही करने वास्ते करैक्ट करने वास्ते बेटा जो स्पैक्टेकल्स बनदियां ने कन्वेक्स लेंसियां बनदियां ने। सेकेंड बेटा इट इज़ यूज एज अ मैगनीफाइंग ग्लास एज अर्लीयर वी हैव डिस्कस्ड तो बेटे मैगनीफाइंग ग्लास है वो कौन यूज़ करता पामिस्ट हो गए वॉच मेकरस हो गए वो एज अ मैगनीफाइंग ग्लास बेटे इसमें यूज़ करते हैं। थर्ड बेटा इट इज़ यूज्ड फॉर मेकिंग सिंपल कैमरा माइक्रोस्कोप टैलीस्कोप्स एंड स्लाइड प्रोजेक्टर तो बेटा जो कन्वेक्स लेंस ने जनरली किस दे विच यूज़ करते हैं आप साडे कैमराज हो गए प्रोजेक्टर्स हो गए टैलीस्कोप्स हो गए माइक्रोस्कोप्स हो गए तो ये सी बेटा यूजेस ऑफ कन्वेक्स लेंसिज। Now next बेटा image formation by concave lenses बेटे concave lens always forms a virtual erect and diminished image of the object बेटे आप mirror किते सी ना उन्हां दे opposite है उस दे विच जो convex mirror सी बेटे always वो virtual erect image बनांदा सी diminished size दे विच बनांदा सी तो हुण इधर की बेटा concave जो lens है always form करूगा virtual erect and diminished image of the object। Here beta we will discuss two cases for the concave lens for the image formation. So first beta when the object is placed between infinity and optical center infinity and optical बेटे optical center ये है infinity बेटा कोई भी point हो सकता है from infinite to साडी optical center ਦੇ ਵਿੱਚ बेटा ਆਪਾਂ ਕਿਸੇ ਵੀ ऑब्जेक्ट किते भी ਆਪਾਂ ऑब्जेक्ट ਨੂੰ प्लेस कर सकते हैं तो ਆਪਾਂ सपोज कर लिया कि ये भी किसी साडा ऑब्जेक्ट सी बेटे अगेन ਆਪਾਂ ਕੀ ਕੀਤਾ ਰਜੇ पैरेलल रे ਲਈ ठीक है जी वो इधर ਨੂੰ चली गई रजे सिमिलरली सैकेंडरी ਆਪਾਂ ऑप्टिकल सेंटर ਦੇ ਵਿੱਚ ਲਈ ਤਾਂ बेटे इस ਨੂੰ ਜਦੋਂ बैकवर्ड ज्वाइन किया तो वो की है बेटे ऑब्वियस है पैरेलल रे है तो की करूगी रजे फोकस ਦੇ ਵਿੱਚੋਂ ਦੀ ਪਾਸ ਹੁੰਦੀ ਹੋਈ अपीयर ਹੋਊਗੀ एक्चुअल ਦੇ ਵਿੱਚ ਹੋ ਨਹੀਂ बट ਜਦੋਂ ਅਸੀਂ ਉਸ ਨੂੰ बैकवर्ड ज्वाइन ਕਰਦੇ ਹਾਂ ਤਾਂ बेटा फोकस ਦੇ ਵਿੱਚ अपीयर ਹੁੰਦੀ ਹੈ पास ਹੁੰਦੀ ਹੋਈ अपीयर ਹੁੰਦੀ ਹੈ ਤਾਂ ਆਪਾਂ ਦੇਖਿਆ बेटे बोथ द रेज मीट एट वन पॉइंट सो हेयर बेटा आर इमेज इज फॉर्मड है इट मीनस ए डैश बी डैश की है बेटा साडी इमेज जो फॉर्मेशन हुई है वो इत्थे हुई है। तो बेटे देखो हुण इहदा साइज़ देखो और इहदा साइज़ देखो तो मच स्मॉलर दैन द ऑब्जेक्ट है डिमिनिश्ड इमेज आ गई बेटे। तो बेटा की होया कि जो साडी इमेज फॉर्म हुई जदों असीं किते भी आपां रखे इनफाइनाइट टू ऑप्टिकल सेंटर तो जो इमेज फॉर्मेशन होगी बेटे ऑप्टिकल सेंटर एंड फोकस दे विच होगी ऑलवेज
ਤਾਂ ਦੇਖੋ ਬੇਟੇ ਸਾਡਾ ਆਪਟੀਕਲ ਸੈਂਟਰ ਸੀ, ਸਾਡਾ ਫੋਕਸ ਸੀ, ਉਹਦੇ ਵਿੱਚ ਬੇਟਾ ਇਮੇਜ ਫਾਰਮ ਹੋਈ। ਵਰਚੁਅਲ ਹੈ ਔਰ ਇਰੈਕਟ ਹੈ, ਪਤਾ ਹੀ ਹੈ ਸਾਨੂੰ। ਔਰ ਥਰਡ ਕੀ ਹੈ ਬੇਟੇ, ਡਿਮਿਨਿਸ਼ਡ ਹੈ। ਡਿਮਿਨਿਸ਼ ਦਾ ਮਤਲਬ ਕਿ ਸਮੋਲਰ ਦੈਨ ਦ ਆਬਜੈਕਟ ਹੈ। ਸੈਕਿੰਡ ਕੇਸ ਬੇਟਾ ਵੈਨ ਦ ਆਬਜੈਕਟ ਇਜ਼ ਐਟ ਇਨਫਾਨਾਈਟ, ਤਾਂ ਇਨਫਾਨਾਈਟ ਦੇ ਵਿੱਚ ਬੇਟੇ ਆਲਵੇਜ਼ ਪੈਰਲਲ ਰੇਜ਼ ਲੈਂਦੇ ਹਾਂ ਬੇਟੇ। ਆਫਟਰ ਐਂਟਰਿੰਗ ਦਾ ਬੇਟਾ ਲੈਂਸ ਇਟ ਗੋਜ਼ ਇਨ ਦਿਸ ਡਾਇਰੈਕਸ਼ਨ। ਫਿਰ ਅਸੀਂ ਕੀ ਕੀਤਾ ਬੇਟਾ, ਬੈਕਵਰਡ ਜੁਆਇਨ ਕੀਤਾ। ਬੋਥ ਦ ਰੇਜ਼ ਅਪੀਅਰ ਐਟ ਮੀਟ ਐਟ ਵਨ ਪੁਆਇੰਟ ਦੈਟ ਇਜ਼ ਅ ਫੋਕਸ, ਕਿਉਂਕਿ ਪੈਰਲਰ ਸੀ ਬੇਟੇ, ਉਹ ਅਪੀਅਰ ਹੋ ਰਹੀਆਂ ਨੇ ਫੋਕਸ ਦੇ ਉੱਤੇ। ਤਾਂ F1 ਕੀ ਹੋਗਾ ਬੇਟੇ, ਇਸ ਫੋਕਸ ਦੇ ਉੱਤੇ ਸਾਡੀ ਜੋ ਇਮੇਜ ਹੈ ਉਹ ਕੀ ਹੋਗੀ ਬੇਟਾ, ਫਾਰਮ ਹੋ ਗਈ। ਹੁਣ ਦੇਖੋ ਇੱਥੇ ਬੇਟੇ ਆਪਾਂ ਕੋਈ ਵੀ ਇਮੇਜ ਦੀ ਕੋਈ ਫਾਰਮੇਸ਼ਨ ਦੀ ਕੋਈ ਲਾਈਨ ਨਹੀਂ ਡਰਾ ਤੇ ਇਟ ਮੀਨਸ ਇਨ ਦਿਸ ਕੇਸ ਜੋ ਇਮੇਜ ਬਣ ਰਹੀ ਹੈ ਬੇਟੇ ਮਚ ਸਮਾਲਰ ਦੈਨ ਦਾ ਆਬਜੈਕਟ, ਇਟ ਮੀਨਸ ਹਾਈਲੀ ਡਿਮਿਨਿਸ਼ਡ ਹੈ, ਪੁਆਇੰਟ ਸਾਈਜ਼ ਹੈ। ਇਸ ਕਰਕੇ ਬੇਟਾ F1 ਸਾਡਾ ਉਹ ਪੁਆਇੰਟ ਹੈ ਜਿੱਥੇ ਜਾ ਕੇ ਸਾਡੀ ਇਮੇਜ ਫਾਰਮ ਹੋਊਗੀ ਵੈਨ ਦਾ ਆਬਜੈਕਟ ਇਜ਼ ਪਲੇਸਡ ਐਟ ਇਨਫਿਨਿਟੀ। ਸੋ ਇਮੇਜ ਫਾਰਮਡ ਬੇਟੇ ਫੋਕਸ ਤੇ ਹੋਗੀ, ਵਰਚੁਅਲ ਹੈ ਇਰੈਕਟ ਹੋਗੀ ਔਰ ਹਾਈਲੀ ਡਿਮਿਨਿਸ਼ਡ ਹੋਗੀ। ਹਾਈਲੀ ਡਿਮਿਨਿਸ਼ਡ ਮੀਨਸ ਮਚ ਸਮਾਲਰ ਦੈਨ ਦਾ ਆਬਜੈਕਟ। Next is the beta uses of concave lenses. Beta concave lenses are used in spectacles to correct the defect of vision called myopia. उधर hypermetropia ਸੀ ਬੇਟਾ, ਇੱਥੇ myopia ਨੂੰ ਠੀਕ ਕਰਨ ਦੇ ਲਈ ਆਪਾਂ concave lenses ਦੀਆਂ spectacles ਨੇ ਉਹ use ਕਰਦੇ ਹਾਂ। concave lens ਬੇਟਾ used as a eye lens is a Galenian telescope. ਬੇਟਾ ਟੈਲੀਸਕੋਪ ਦਾ ਇੱਕ ਫਾਰਮ ਹੈ ਜਿਸ ਦੇ ਵਿੱਚ ਜੋ ਆਈ ਲੈਂਸ ਹੁੰਦਾ ਮੀਨਸ ਜੋ ਆਈ ਦੇ ਨੇੜੇ ਹੁੰਦਾ, ਉਸ ਦੇ ਵਿੱਚ ਆਪਾਂ ਕਨਕੇਵ ਲੈਂਸ ਯੂਜ਼ ਕਰਦੇ ਹਾਂ। Concave lenses are used in combination with convex lenses to make a high quality lens system for the optical instruments. ਬੇਟੇ ਕਹਿੰਦਾ ਕਿ ਕਨਕੇਵ ਔਰ ਕਨਵੈਕਸ ਦੋਨਾਂ ਦਾ ਜੋ ਕੰਬੀਨੇਸ਼ਨ ਹੈ ਬੇਟੇ ਉਹ ਯੂਜ਼ ਕਰਦੇ ਹਾਂ ਅਸੀਂ ਹਾਈ ਕੁਆਲਿਟੀ ਲੈਂਸ ਨੂੰ ਬਣਾ ਕੇ ਅਲੱਗ-ਅਲੱਗ ਆਪਟੀਕਲ ਇੰਸਟਰੂਮੈਂਟਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਬੇਟਾ ਕਨਕੇਵ ਲੈਂਸ ਇਜ਼ ਯੂਜ਼ਡ ਇਨ ਵਾਈਡ ਐਂਗਲ ਸਪਾਈ ਹੋਲ ਇਨ ਦਾ ਡੋਰਸ। ਬੇਟੇ ਜੋ ਡੋਰਸ ਹੁੰਦੇ ਨੇ ਉਹਨਾਂ ਦੇ ਵਿੱਚ ਸਪਾਈ ਹੋਲਸ, ਛੋਟਾ ਜਿਹਾ ਹੋਲ ਹੁੰਦਾ ਬੇਟੇ ਬਾਹਰ ਦੇਖਣ ਵਾਸਤੇ, ਉਸ ਦੇ ਵਿੱਚ ਆਪਾਂ ਜਨਰਲੀ ਕਨਕੇਵ ਲੈਂਸ ਨੂੰ ਯੂਜ਼ ਕਰਦੇ ਹਾਂ। ਸੋ ਨੈਕਸਟ ਬੇਟਾ ਹਾਊ ਟੂ ਡਿਸਟਿੰਗੁਇਸ਼ ਬਿਟਵੀਨ ਅ ਕਨਵੈਕਸ ਲੈਂਸ ਐਂਡ ਅ ਕਨਕੇਵ ਲੈਂਸ ਵਿਦਾਊਟ ਟੱਚਿੰਗ ਦੈਮ। ਬੇਟੇ ਹੁਣ ਕਨਵੈਕਸ ਲੈਂਸ ਹੈ ਸਾਡੇ ਕੋਲ, ਕਨਕੇਵ ਹੈ, ਅਸੀਂ ਉਸਨੂੰ ਟੱਚ ਨਹੀਂ ਕਰਨਾ, ਤਾਂ ਅਸੀਂ ਕਿਵੇਂ ਫਾਈਂਡ ਕਰਾਂਗੇ ਕਿ ਕਨਵੈਕਸ ਹੈ। ਤੁਸੀਂ ਕੀ ਕਰੋ ਬੇਟੇ, ਆਪਣੀ ਕੋਈ ਬੁੱਕ ਲੈ ਲਓ, ਕੋਈ ਨੋਟਬੁੱਕ ਲੈ ਲਓ, ਠੀਕ ਹੈ ਜੀ, ਉਸ ਦੇ ਵਿੱਚ ਜੋ ਵੀ ਰਾਈਟ ਕੀਤਾ ਹੋਇਆ ਉਸ ਦੀ ਇਮੇਜ ਨੂੰ ਦੇਖੋ ਉਸ ਲੈਂਸ ਦੇ ਥਰੂ। ਇਫ ਦ ਲੈਟਰਸ ਆਫ ਦ ਬੁੱਕ ਅਪੀਅਰਸ ਇਨਲਾਰਜਡ, ਜੇ ਉਹ ਵੱਡੇ ਦਿਖ ਰਹੇ ਨੇ ਤਾਂ ਇਟ ਮੀਨਸ ਕਨਵੈਕਸ ਹੈ ਬੇਟੇ। ਅਗਰ ਉਹ ਅਪੀਅਰ ਹੋ ਰਹੇ ਨੇ ਬੇਟਾ ਲੈਟਰਸ ਡਿਮਿਨਿਸ਼ਡ ਸਮੋਲਰ ਇਨ ਸਾਈਜ਼, ਤਾਂ ਉਹ ਕੀ ਹੈ ਬੇਟਾ, ਕਨਕੇਵ ਹੈ। ਕਿਉਂਕਿ ਆਪਾਂ ਗੱਲ ਕਰ ਹੀ ਲਈ ਬੇਟਾ ਕਨਕੇਵ ਆਲਵੇਜ਼ ਡਿਮਿਨਿਸ਼ਡ ਇਮੇਜ ਨੂੰ ਬਣਾਊਗਾ, ਤਾਂ ਅਗਰ ਉਹ ਛੋਟੇ ਦਿਖ ਰਹੇ ਨੇ ਤਾਂ ਇਟ ਮੀਨਸ ਕਨਕੇਵ, ਅਗਰ ਵੱਡੇ ਦਿਖ ਰਹੇ ਨੇ ਤਾਂ ਬੇਟਾ ਉਹ ਕੀ ਹੈ, ਕਨਵੈਕਸ ਹੈ। ਅਰਲੀਅਰ ਬੇਟਾ ਆਪਾਂ ਪਲੇਨ ਮਿਰਰ ਔਰ ਸਫੈਰੀਕਲ ਮਿਰਰਸ ਦੇ ਵਿੱਚ ਵੀ ਵਿਦਆਊਟ ਟੱਚਿੰਗ ਕੀਤਾ ਸੀ, ਤਾਂ ਇਸ ਦੇ ਬੇਸ 'ਤੇ ਵੀ ਬੇਟਾ ਤੁਹਾਨੂੰ 1 ਮਾਰਕ ਕੁਐਸਚਨ ਦੇ ਵਿੱਚ MCQs ਦੇ ਵਿੱਚ ਪੁੱਛ ਸਕਦਾ। ਸੋ ਅੱਜ ਲਈ ਬੇਟੇ ਇੰਨਾ ਹੀ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਬੇਟਾ ਇਮੇਜ ਫਾਰਮੇਸ਼ਨ ਔਰ ਰੂਲਸ ਨੂੰ ਡਿਸਕਸ ਕੀਤਾ ਫॉर द बोथ lenses, concave as well as convex lenses।